ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰਨ ਜਾ ਰਹੇ ਹਾਂ 6ਵੀਂ ਕਲਾਸ ਦੀ ਕਿਤਾਬ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਦਾ 6ਵਾਂ ਪਾਠ ਜਿਹਦਾ ਨਾਂ ਹੈ ਨੈਸ਼ਨਲ ਫਲੈਗ ਯਾਨੀ ਕਿ ਰਾਸ਼ਟਰੀ ਝੰਡਾ। ਇਸ ਚੈਪਟਰ ਦੀ ਆਪਾਂ ਬੈਕ ਐਕਸਰਸਾਈਜ਼ ਦੇ ਕੁਐਸਚਨ ਆਨਸਰ ਸੋਲਵ ਕਰਨੇ ਨੇ ਤਾਂ ਚਲੋ ਸ਼ੁਰੂ ਕਰਦੇ ਹਾਂ। ਪਹਿਲਾ ਸਵਾਲ ਹੈਗਾ Which are the three colors in national flag? ਰਾਸ਼ਟਰੀ ਝੰਡੇ ਦੇ ਤਿੰਨ ਰੰਗ ਕਿਹੜੇ ਨੇ? Throw some light on the significance of these three colors. ਤੇ ਇਹਨਾਂ ਤਿੰਨਾਂ ਰੰਗਾਂ ਦੀ ਮਹੱਤਤਾ ਬਾਰੇ ਕੁਝ ਚਾਨਣਾ ਪਾਓ ਜਾਂ ਕੁਝ ਦੱਸੋ। ਤੇ ਇਸ ਦਾ ਆਨਸਰ ਦਿੱਤਾ ਹੋਇਆ ਹੈ ਆ ਦੇਖੋ ਪੇਜ ਨੰਬਰ 28 ਤੇ ਦਿੱਤਾ ਹੋਇਆ ਹੈ। ਇਹ ਨੀਲੇ ਰੰਗ ਦੇ ਨਾਲ ਲਿਖਿਆ ਮੈਂ There are three colors in the national flag. ਰਾਸ਼ਟਰੀ ਝੰਡੇ ਦੇ ਵਿੱਚ ਤਿੰਨ ਰੰਗ ਨੇ ਕਿਹੜਾ ਕਿਹੜਾ ਸੈਫਰਨ ਵਾਈਟ ਐਂਡ ਗ੍ਰੀਨ। ਹੁਣ ਆਪਾਂ ਗੱਲ ਕਰਦੇ ਹਾਂ ਤਿੰਨ ਰੰਗਾਂ ਦੀ ਮਹੱਤਤਾ ਬਾਰੇ। ਤੁਸੀਂ ਇੱਕ ਇੱਕ ਲਾਈਨ ਲਿਖ ਸਕਦੇ ਹੋ ਜਿਵੇਂ ਇੱਥੋਂ ਲੈ ਕੇ ਇੱਥੇ ਤੱਕ ਜਾਂ ਇੱਥੇ ਤੱਕ ਵੱਧ ਤੋਂ ਵੱਧ ਵਾਈਟ ਕਲਰ ਦੀ ਇੱਥੋਂ ਲੈ ਕੇ ਇੱਥੇ ਤੱਕ। ਜੇ ਪੂਰੀ ਗੱਲ ਨਹੀਂ ਯਾਦ ਰਹਿੰਦੀ ਤੇ ਗ੍ਰੀਨ ਕਲਰ ਇੱਥੋਂ ਲੈ ਕੇ ਇੱਥੇ ਤੱਕ। ਠੀਕ ਹੈ, ਹੁਣ ਮੈਂ ਤੁਹਾਨੂੰ ਸਮਝਾ ਦਿੰਦੀ ਹਾਂ ਵੀ ਇੱਥੇ ਲਿਖਿਆ ਕੀ ਹੋਇਆ। ਸਭ ਤੋਂ ਪਹਿਲਾ ਹੈਗਾ ਸੈਫਰਨ ਰੰਗ ਤੇ ਇੱਥੇ ਲਿਖਿਆ ਵੀ ਜਿਹੜਾ ਸੈਫਰਨ ਰੰਗ ਹੈ ਉਹ ਕਿੱਥੋਂ ਲਿਆ ਗਿਆ ਹੈ? ਅੱਗ ਤੋਂ ਲਿਆ ਗਿਆ ਹੈ। ਕਿਉਂਕਿ ਅੱਗ ਦੇ ਦੋ ਗੁਣ ਹੁੰਦੇ ਨੇ। ਇੱਕ ਗੁਣ ਹੁੰਦਾ ਹੈ ਵੀ ਉਹ ਕੁਰਬਾਨੀ ਦਿੰਦਾ ਹੈ, ਸੈਕਰੀਫਾਈਸ ਯਾਨੀ ਕੁਰਬਾਨੀ ਦੇਣਾ, ਤੇ ਦੂਜਾ ਡਿਸਟਰਕਸ਼ਨ ਯਾਨੀ ਵਿਨਾਸ਼ ਦਾ ਵੀ ਚਿੰਨ੍ਹ ਹੈ। ਤਾਂ ਆਪਾਂ ਇਹ ਜੇ ਕਿਸੇ ਹੋਰ ਨੇ ਅੱਗੇ ਲਿਖਣਾ ਤਾਂ ਸਮਝਾ ਦਿੰਦੀ ਹਾਂ, ਵੈਸੇ ਇੱਥੇ ਤੱਕ ਬਹੁਤ ਹੈ। ਤਾਂ ਇੱਥੇ ਇਹ ਦੱਸਿਆ ਗਿਆ ਵੀ ਇਸ ਲਈ ਜਿਹੜਾ ਸੈਫਰਨ ਕਲਰ ਹੈਗਾ ਉਹ ਚਿੰਨ੍ਹ ਹੈਗਾ, ਉਹ ਪ੍ਰਤੀਕ ਹੈਗਾ ਬਹਾਦਰੀ ਦਾ ਤੇ ਜੋਸ਼ ਦਾ। ਜਿਹੜੇ ਗਰੀਬ ਨੇ, ਜਿਹੜੇ ਕਮਜ਼ੋਰ ਨੇ, ਲੋੜਵੰਦ ਨੇ, ਉਹਨਾਂ ਵਿੱਚ ਇਹ ਆਪਾਂ ਕਹਿ ਸਕਦੇ ਹਾਂ ਜ਼ੀਲ ਦਾ ਮਤਲਬ ਜਜ਼ਬਾ ਭਰਦਾ ਹੈ, ਇੱਕਦਮ ਜੋਸ਼ ਦਾ। ਤੇ ਅੱਗੇ ਦੱਸਿਆ ਗਿਆ ਵੀ ਇਸੇ ਦ੍ਰਿੜ ਭਾਵਨਾ ਨਾਲ ਸਾਨੂੰ ਮਾੜੇ ਕੰਮ ਵਿਰੁੱਧ ਜੰਗ ਛੇੜਨੀ ਚਾਹੀਦੀ ਹੈ ਤੇ ਇਹ ਰੰਗ ਝੰਡੇ ਦੇ ਕੱਪੜੇ ਦੇ ਉੱਪਰਲੇ ਹਿੱਸੇ ਤੇ ਹੁੰਦਾ, ਸਭ ਤੋਂ ਟੌਪ ਤੇ ਹੁੰਦਾ। ਹੁਣ ਗੱਲ ਕਰਦੇ ਹਾਂ ਚਿੱਟੇ ਰੰਗ ਦੀ, ਵਾਈਟ ਰੰਗ ਦੀ। ਇਹ ਕਿਹਦਾ ਚਿੰਨ੍ਹ ਹੈਗਾ? ਨੇਕੀ ਦਾ, ਠੀਕ ਹੈ, ਸੱਚਾਈ ਦਾ ਤੇ ਸ਼ਾਂਤੀ ਦਾ। ਵਰਚੂ ਮਤਲਬ ਨੇਕੀ ਦਾ। ਤੇ ਹੋਰ ਇੱਥੇ ਦੱਸਿਆ ਗਿਆ ਵੀ ਜਿਹੜਾ ਸਾਡਾ ਦੇਸ਼ ਹੈਗਾ ਉਹ ਇਹਨਾਂ ਜਿਹੜੀ ਭਾਵਨਾਵਾਂ ਨੇ, ਜਿਹੜੀ ਕੁਆਲਿਟੀਜ਼ ਨੇ, ਇਹਦੇ ਨਾਲ ਭਰਿਆ ਹੋਇਆ ਹੈ। ਤੇ ਇੱਥੇ ਇਹ ਵੀ ਦੱਸਿਆ ਗਿਆ ਵੀ ਜਿਹੜਾ ਬੁਰਾਈ ਹੈਗੀ ਹੈ ਉਹ ਆਪਣੀ ਮੌਤ ਖੁਦ ਮਾਰਦੀ ਹੈ। ਤੇ ਇਹ ਜਿਹੜਾ ਰੰਗ ਹੈਗਾ ਝੰਡੇ ਦੇ ਵਿਚਕਾਰ ਹੁੰਦਾ ਹੈ ਤੇ ਇਹਦੇ ਵਿੱਚ ਹੀ ਵਾਈਟ ਰੰਗ ਦੇ ਵਿਚਕਾਰ ਹੀ ਅਸ਼ੋਕ ਚੱਕਰ ਬਣਿਆ ਹੁੰਦਾ ਹੈ ਜਿਹੜਾ ਨੀਲੇ ਰੰਗ ਦਾ ਹੁੰਦਾ ਹੈ, ਗੂੜੇ ਨੀਲੇ ਰੰਗ ਦਾ ਹੁੰਦਾ ਹੈ। ਠੀਕ ਹੈ ਬੇਟਾ, ਅੱਗੇ ਚੱਲਦੇ ਹਾਂ। ਤੀਜਾ ਰੰਗ ਜਿਹੜਾ ਹੈਗਾ ਉਹ ਹੈਗਾ ਗ੍ਰੀਨ ਕਲਰ। ਤੇ ਇੱਥੇ ਦੱਸਿਆ ਗਿਆ ਵੀ ਇਹ ਜਿਹੜਾ ਤੀਜਾ ਰੰਗ ਹੈ ਸਭ ਤੋਂ ਹੇਠਲੀ ਜਾਂ ਨੀਵੀਂ ਪੱਟੀ ਤੇ ਹੁੰਦਾ ਹੈ ਤੇ ਇਹ ਕਿਸ ਦਾ ਪ੍ਰਤੀਕ ਹੈ? ਇਹ ਮਿੱਟੀ ਨੂੰ ਦਰਸਾਉਂਦਾ ਹੈ, ਜ਼ਮੀਨ ਨੂੰ ਦਰਸਾਉਂਦਾ ਹੈ। ਤੇ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਇਹ ਕਿਉਂਕਿ ਜ਼ਮੀਨ ਨੂੰ ਦਰਸਾਉਂਦਾ ਹੈ ਤੇ ਉਹ ਕਿੰਨੀ ਉਪਜਾਊ ਹੈਗੀ ਹੈ, ਉੱਤੇ ਖੇਤੀਬਾੜੀ ਕੀਤੀ ਜਾਂਦੀ ਹੈ, ਉਸ ਚੀਜ਼ ਨੂੰ ਵੀ ਇਹ ਦਰਸਾਉਂਦਾ ਹੈ। ਤੇ ਇਟ ਇਜ਼ ਅ ਸਿੰਬਲ ਆਫ ਲੀਡਿੰਗ ਐਗਰੀਕਲਚਰ ਕੰਟਰੀ ਯਾਨੀ ਇਹ ਇੱਕ ਪ੍ਰਮੁੱਖ ਖੇਤੀ ਦੇਸ਼ ਦਾ ਪ੍ਰਤੀਕ ਹੈਗਾ। ਖੇਤੀ ਦੇ ਕਾਰਨ ਸਾਡਾ ਜਿਹੜਾ ਦੇਸ਼ ਹੈ ਉਹ ਅਮੀਰ ਹੈ ਤੇ ਖੁਸ਼ਹਾਲ ਵੀ ਹੈ। ਤਾਂ ਤੁਸੀਂ ਇੱਕ ਇੱਕ ਲਾਈਨ ਲਿਖ ਸਕਦੇ ਹੋ ਹਰੇਕ ਰੰਗ ਬਾਰੇ। ਹੁਣ ਆਪਾਂ ਅੱਗੇ ਚੱਲਦੇ ਹਾਂ। ਦੂਜਾ ਸਵਾਲ ਹੈਗਾ On what occasions can the national flag be unfurled? ਕਿਹਨਾਂ ਮੌਕਿਆਂ ਤੇ ਰਾਸ਼ਟਰੀ ਝੰਡੇ ਨੂੰ ਲਹਿਰਾਇਆ ਜਾ ਸਕਦਾ ਹੈ? ਹੁਣ ਇਹਦਾ ਆਨਸਰ ਦਿੱਤਾ ਹੋਇਆ ਆ ਦੇਖੋ ਪੂਰਾ ਪੇਜ ਨੰਬਰ 31 ਤੇ। ਇੱਥੋਂ ਸ਼ੁਰੂ ਕਰਕੇ ਤੁਸੀਂ ਕੋਈ ਵੀ 4 ਪੁਆਇੰਟ ਲਿਖ ਸਕਦੇ ਹੋ। ਇੱਥੋਂ ਲੈ ਕੇ ਇਹ ਜਿਹੜੇ ਪੁਆਇੰਟਸ ਹੈਗੇ ਨੇ ਇਹ ਹੈਗੇ ਇੱਥੇ ਤੱਕ। ਠੀਕ ਹੈ, ਹੁਣ ਕਦੋਂ ਝੰਡਾ ਲਹਿਰਾਇਆ ਜਾਂਦਾ ਹੈ ਮੈਂ ਇੱਥੇ ਇੱਕ ਵਾਰ ਦੱਸ ਦਿੰਦੀ ਹਾਂ। ਸਭ ਤੋਂ ਪਹਿਲਾਂ ਜਦ ਹੁੰਦਾ ਹੈ ਸਾਡਾ ਗਣਤੰਤਰ ਦਿਵਸ, ਜਿਹਨੂੰ ਆਪਾਂ ਰਿਪਬਲਿਕ ਡੇ ਕਹਿੰਦੇ ਹਾਂ, 26 ਜਨਵਰੀ ਨੂੰ ਰਾਜਪਥ ਦਿੱਲੀ ਦੇ ਵਿੱਚ ਲਹਿਰਾਇਆ ਜਾਂਦਾ। ਕੌਣ ਲਹਿਰਾਉਂਦਾ? ਇਹ ਜ਼ਰੂਰੀ ਹੈ, ਪ੍ਰੈਜ਼ੀਡੈਂਟ। ਤੇ ਜਿਹੜੀ ਸਰਕਾਰੀ ਬਿਲਡਿੰਗਸ ਹੁੰਦੀਆਂ ਨੇ, ਜਿੱਥੇ ਵੀ ਹੁੰਦੀਆਂ ਨੇ, ਉਹਨਾਂ ਤੇ ਵੀ ਇਹ ਲਹਿਰਾਇਆ ਜਾਂਦਾ ਹੈ। ਫਿਰ
ਦੂਜਾ ਕਦ ਲਹਿਰਾਇਆ ਜਾਂਦਾ ਹੈ? ਜਦ ਆਪਾਂ ਰਾਸ਼ਟਰੀ ਹਫਤਾ ਮਨਾਉਂਦੇ ਹਾਂ 6 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ ਤੱਕ। ਜਿਹੜੇ ਸ਼ਹੀਦ ਸੀ ਜਲਿਆਂਵਾਲੇ ਬਾਗ ਦੇ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਆਪਣਾ ਨੈਸ਼ਨਲ ਵੀਕ ਹੈ ਉਹ ਮਨਾਇਆ ਜਾਂਦਾ ਹੈ ਤੇ ਝੰਡਾ ਵੀ ਲਹਿਰਾਇਆ ਜਾਂਦਾ ਹੈ। ਤੀਜਾ ਇੰਡੀਪੈਂਡੈਂਸ ਡੇ ਤੇ, ਠੀਕ ਹੈ, ਸੁਤੰਤਰਤਾ ਦਿਵਸ ਤੇ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਉਹ ਝੰਡਾ ਲਹਿਰਾਉਂਦੇ ਨੇ 15 ਅਗਸਤ ਨੂੰ। ਕਿੱਥੇ? ਰੈੱਡ ਫੋਰਟ ਤੇ ਲਹਿਰਾਇਆ ਜਾਂਦਾ ਹੈ ਤੇ ਬਾਕੀ ਸਰਕਾਰੀ ਬਿਲਡਿੰਗਸ ਤੇ ਵੀ ਲਹਿਰਾਇਆ ਜਾਂਦਾ ਹੈ। ਹੋਰ ਕਦ ਲਹਿਰਾਇਆ ਜਾਂਦਾ ਹੈ? ਔਰ ਨੈਸ਼ਨਲ ਫੈਸਟੀਵਲਸ ਜਾਂ ਕਾਨਫਰੰਸਾਂ ਤੇ, ਠੀਕ ਹੈ, ਸਾਡੇ ਜਿਹੜੇ ਦੇਸ਼ ਦੇ ਰਾਸ਼ਟਰੀ ਤਿਉਹਾਰ ਨੇ ਤਦ ਲਹਿਰਾਇਆ ਜਾਂਦਾ ਹੈ। 2 ਅਕਤੂਬਰ ਨੂੰ ਲਹਿਰਾਇਆ ਜਾਂਦਾ ਜੋ ਕਿ ਹੁੰਦਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ। ਤੇ ਨਾਲ ਹੀ ਇਹ ਵੀ ਤਦ ਵੀ ਲਹਿਰਾਇਆ ਜਾਂਦਾ ਹੈ ਜਦ ਕੋਈ ਸਟੇਟ ਜਿਹੜਾ ਹੈਗਾ, ਜਿਹੜਾ ਰਾਜ ਹੈ, ਉਹ ਆਪਣਾ ਦਿਨ ਮਨਾਉਂਦਾ ਹੈ। ਜਿਵੇਂ ਪੰਜਾਬ ਦਿਵਸ ਜਦ ਮਨਾਇਆ ਜਾਂਦਾ ਹੈ ਤਦ ਲਹਿਰਾਇਆ ਜਾ ਸਕਦਾ ਹੈ। ਜਦ ਆਪਣਾ ਜਿਹੜਾ ਦੇਸ਼ ਹੈਗਾ ਉਹਦੇ ਬੰਦੇ ਬਾਹਰ ਜਾਂਦੇ ਨੇ, ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਨੇ ਵਿਦੇਸ਼ਾਂ ਵਿੱਚ, ਜਿੱਥੇ ਕੋਈ ਵੀ ਭਾਰਤੀ ਪ੍ਰਤੀਨਿਧ ਜਾਂ ਫਿਰ ਆਪਾਂ ਕਹਿ ਸਕਦੇ ਖੇਡਣ ਲਈ ਜਾਂਦਾ ਹੈ, ਪਾਰਟਿਸਿਪੇਟ ਕਰਦਾ ਹੈ, ਉਦੋਂ ਵੀ ਬਾਕੀ ਸਾਰੇ ਝੰਡਿਆਂ ਦੇ ਨਾਲ ਆਪਣਾ ਝੰਡਾ ਲਹਿਰਾਇਆ ਜਾਂਦਾ, ਬੇਸ਼ੱਕ ਉਹ ਸਟੇਡੀਅਮ ਹੋਏ। ਤੇ ਉਵੇਂ ਹੀ ਹੋਰ ਕਿਤੇ ਲਹਿਰਾਇਆ ਜਾਂਦਾ ਹੈ। ਦੇਖੋ ਖਾਸ ਦਿਨ ਤਾਂ ਇੱਥੇ ਤੱਕ ਹੈਗੇ ਨੇ, ਠੀਕ ਹੈ, ਜਾਂ ਇੱਥੇ ਤੱਕ ਹੈਗੇ ਨੇ। ਇਹ ਐਕਸਟਰਾ ਹੈਗੇ 7ਵਾਂ ਤੇ 8ਵਾਂ ਪੁਆਇੰਟ ਵੀ ਹੋਰ ਕਿੱਥੇ ਕਿੱਥੇ ਲਹਿਰਾਇਆ ਜਾਂਦਾ। ਸਾਨੂੰ ਇਹ ਪੁੱਛਿਆ ਗਿਆ ਸੀ ਵੀ ਕਦੋਂ ਲਹਿਰਾਇਆ ਜਾਂਦਾ ਹੈ, ਤਾਂ ਉਹਦੇ ਲਈ ਇਹ 6ਵੇਂ ਪੁਆਇੰਟ ਤੱਕ ਤੁਸੀਂ ਯਾਦ ਕਰ ਲਓ ਤੇ ਕੋਈ 4 ਪੁਆਇੰਟ ਲਿਖ ਦਿਓ, ਠੀਕ ਹੈ। ਅੱਗੇ ਚੱਲਦੇ ਹਾਂ। ਤੀਜਾ ਸਵਾਲ ਹੈਗਾ ਰਾਈਟ ਅ ਨੋਟ ਔਨ ਦ ਸ਼ੇਪ ਐਂਡ ਸਾਈਜ਼ ਆਫ ਨੈਸ਼ਨਲ ਫਲੈਗ। ਵੀ ਰਾਸ਼ਟਰੀ ਝੰਡੇ ਦੇ ਸ਼ੇਪ ਕਿਹੋ ਜਿਹੀ ਹੈ, ਆਕਾਰ ਕਿਹੋ ਜਿਹਾ ਹੈ ਤੇ ਸਾਈਜ਼ ਕਿਹੋ ਜਿਹਾ ਹੈ, ਉਹਦੇ ਬਾਰੇ ਦੱਸੋ। ਇਹਦਾ ਆਨਸਰ ਦੇਖੋ ਦਿੱਤਾ ਹੋਇਆ ਬੇਟਾ ਪੇਜ ਨੰਬਰ, ਆਪਾਂ ਗੱਲ ਕਰਦੇ ਹਾਂ ਤੀਜੇ ਦਾ 30 ਤੇ। ਇਹ ਦਿੱਤਾ ਹੋਇਆ ਵੀ ਜਿਹੜਾ ਰੇਸ਼ੋ ਹੈਗੀ ਹੈ ਲੈਂਥ ਤੇ ਬ੍ਰੈਡਥ ਦੀ, ਉਹ ਇੱਦਾਂ ਹੈ, ਲੈਂਥ ਹੈਗੀ ਹੈ 3 ਤੇ ਬ੍ਰੈਡਥ ਹੈਗੀ ਹੈ 2, ਇੱਦਾਂ ਕਰਕੇ, ਠੀਕ ਹੈ। ਉਸ ਤੋਂ ਬਾਅਦ ਇਹ 5 ਸਾਈਜ਼ ਦੇ ਵਿੱਚ ਆਂਦਾ ਹੈਗਾ, ਉਹ ਤੁਸੀਂ ਯਾਦ ਕਰ ਲਓ। ਇਹ ਤਾਂ ਹੋ ਗਿਆ ਇਹਦਾ ਸਾਈਜ਼, ਠੀਕ ਹੈ, ਬੀ ਪਾਰਟ ਆਨਸਰ, ਕਿਉਂਕਿ ਸਾਈਜ਼ ਪੁੱਛਿਆ ਸੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦਾ ਆਕਾਰ ਕਿਹੋ ਜਿਹਾ ਹੈ, ਉਹ ਇਹ ਲਿਖਣਾ ਹੈ। ਇਟ ਇਜ਼ ਰੈਕਟੈਂਗੂਲਰ ਇਨ ਸ਼ੇਪ। ਰੈਕਟੈਂਗੂਲਰ ਯਾਨੀ ਕਿ ਇੱਦਾਂ ਕਰਕੇ ਹੈ ਸ਼ੇਪ ਦੇ ਵਿੱਚ, ਤਾਂ ਇੱਥੋਂ ਲੈ ਕੇ ਇੱਥੇ ਤੱਕ ਤੁਸੀਂ ਲਿਖ ਸਕਦੇ ਹੋ। ਜੇ ਤੁਸੀਂ ਵਾਧੂ ਲਿਖਣਾ ਤਾਂ ਤੁਸੀਂ ਲਿਖ ਸਕਦੇ ਹੋ ਵੀ ਇਹਦੇ ਵਿੱਚ 3 ਪੱਟੀਆਂ ਹੁੰਦੀਆਂ ਨੇ 3 ਰੰਗਾਂ ਦੀ। ਉਹ ਕਿਹੜੇ ਰੰਗ ਨੇ ਆਪਾਂ ਡਿਸਕਸ ਕਰ ਲਿਆ। ਅੱਗੇ ਚੱਲਦੇ ਹਾਂ। ਐਟ ਵਟ ਟਾਈਮ, ਦੇਖੋ ਟਾਈਮ ਬਾਰੇ ਪੁੱਛਿਆ, ਸ਼ੁੱਡ ਦ ਫਲੈਗ ਬੀ ਅਨਫਲਰਡ। ਝੰਡੇ ਨੂੰ ਕਿਸ ਸਮੇਂ ਲਹਿਰਾਇਆ ਜਾਣਾ ਚਾਹੀਦਾ ਹੈ। ਸਿਰਫ ਜੇ ਟਾਈਮ ਪੁੱਛਿਆ ਤਾਂ ਮੇਰੇ ਹਿਸਾਬ ਨਾਲ ਟਾਈਮ ਤਾਂ ਇਹ ਆਏਗਾ ਵੀ ਜਿਹੜਾ ਝੰਡਾ ਹੈ ਉਹ ਲਹਿਰਾਇਆ ਜਾਂਦਾ ਸਨ ਰਾਈਜ਼ ਤੇ, ਜਦ ਸੂਰਜ ਉਗਦਾ, ਤੇ ਉਹਨੂੰ ਥੱਲੇ ਉਤਾਰਿਆ ਜਾਂਦਾ ਜਦ ਸੂਰਜ ਛਿਪਣ ਵਾਲਾ ਹੁੰਦਾ ਹੈ। ਤਾਂ ਟਾਈਮ ਲਈ ਸਿਰਫ ਇਹ ਲਿਖਣਾ ਹੈ। ਪਰ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਹੋਰ ਐਡ ਕਰਨਾ ਇਹਦੇ ਵਿੱਚ, ਹੋਰ ਕੀ ਕੀ ਹੋਣਾ ਚਾਹੀਦਾ, ਤਾਂ ਤੁਸੀਂ ਕੋਈ 2 ਪੁਆਇੰਟਸ ਹੋਰ ਲਿਖ ਸਕਦੇ ਹੋ। ਉਹ ਕਿਹੜੇ 2 ਪੁਆਇੰਟਸ ਨੇ? ਦੇਖੋ ਮੈਂ ਤੁਹਾਨੂੰ ਦੱਸਦੀ ਹਾਂ। ਇਹਦੇ ਵਿੱਚ 2 ਪੁਆਇੰਟਸ ਐਟ ਵਟ ਟਾਈਮ ਦਾ ਆ ਗਿਆ। ਦੇਖੋ ਐਟ ਦ ਟਾਈਮ ਇਹ ਵਾਲਾ ਆ ਜਾਏਗਾ ਇੱਕ ਪੁਆਇੰਟ। ਐਟ ਦ ਟਾਈਮ ਆਫ ਫੰਕਸ਼ਨਸ ਐਂਡ ਫੈਸਟੀਵਲਸ ਦ ਫਲੈਗ ਸ਼ੁੱਡ ਬੀ ਇਨ ਦ ਫਰੰਟ। ਵੀ ਕਦੋਂ ਹੋਣਾ ਚਾਹੀਦਾ? ਹੋਰ ਫਰੰਟ ਤੇ ਹੋਣਾ ਚਾਹੀਦਾ ਜਦ ਆਪਾਂ ਫੰਕਸ਼ਨਸ ਜਾਂ ਫੈਸਟੀਵਲ ਸੈਲੀਬ੍ਰੇਟ ਕਰਦੇ ਹਾਂ, ਠੀਕ ਹੈ। ਇੱਕ ਇਹ ਪੁਆਇੰਟ ਲਿਖ ਸਕਦੇ ਹੋ। ਵੈਸੇ ਟਾਈਮ ਪੁੱਛਿਆ ਤਾਂ ਸਿਰਫ ਤੇ ਸਿਰਫ ਆਹੀ ਆਣਾ ਚਾਹੀਦਾ ਆਨਸਰ ਦੇ ਵਿੱਚ। ਅੱਗੇ ਚੱਲਦੇ ਹਾਂ। 5ਵਾਂ ਸਵਾਲ ਹੈਗਾ which points should be borne in mind at the time of hoisting the national flag। ਵੀ ਜਦ ਝੰਡਾ ਲਹਿਰਾਉਂਦੇ ਆ ਤਾਂ ਕਿਹੜੀਆਂ ਗੱਲਾਂ ਦਿਮਾਗ ਵਿੱਚ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਇਹਦੇ ਲਈ 5ਵਾਂ ਜਿਹੜਾ ਆਨਸਰ ਹੈਗਾ ਉਹਦੇ ਲਈ ਮੈਂ ਇੱਥੇ ਨੀਲੇ ਦੇ ਨਾਲ ਮਾਰਕ ਕੀਤਾ ਹੈ। ਦੇਖੋ ਤੁਹਾਨੂੰ ਦਿਸ ਜੇਗਾ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਪ੍ਰੀਕਾਸ਼ਨਸ, ਉਹੀ ਗੱਲਾਂ ਜੋ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਪਹਿਲਾ ਪੁਆਇੰਟ ਵੀ ਜਿਹੜਾ ਸੈਫਰਨ ਕਲਰ ਹੈ ਉਹ ਹਮੇਸ਼ਾ ਟੌਪ ਤੇ ਹੋਣਾ ਚਾਹੀਦਾ ਜਦ ਝੰਡਾ ਲਹਿਰਾਉਂਦੇ ਆ ਆਪਾਂ। ਇਹਦੇ ਵਿੱਚ ਦੂਜਾ ਪੁਆਇੰਟ ਆ ਜਾਏਗਾ ਕਿ ਜਿਹੜਾ ਪੋਲ ਹੈਗਾ ਝੰਡੇ ਦਾ ਉਹ ਰਾਈਟ ਸ਼ੋਲਡਰ ਵੱਲ ਨੂੰ ਹੋਣਾ ਚਾਹੀਦਾ। ਫਿਰ ਤੁਸੀਂ ਲਿਖ ਸਕਦੇ ਹੋ ਕਿ ਜਿਹੜਾ ਝੰਡਾ ਹੈ ਉਹ ਜਦ ਉੱਤੇ ਲੈ ਕੇ ਜਾਇਆ ਜਾਂਦਾ ਤਾਂ ਤੇਜ਼ੀ ਨਾਲ ਲੈ ਕੇ ਜਾਇਆ ਜਾਂਦਾ, ਜਦ ਥੱਲੇ ਉਤਾਰਿਆ ਜਾਂਦਾ ਤਾਂ
ਹੌਲੀ ਦੇ ਨਹੀਂ ਉਤਾਰਿਆ ਜਾਂਦਾ ਹੈ। ਹੋਰ ਤੁਸੀਂ ਲਿਖ ਸਕਦੇ ਹੋ ਕਿ ਜਿਹੜਾ ਇੱਕ ਝੰਡਾ ਜਿਹੜਾ ਆਪਣੇ ਝੰਡੇ ਤੋਂ ਉੱਚਾ ਲਹਿਰਾਇਆ ਜਾਂਦਾ ਹੈ ਉਹ ਸਿਰਫ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦਾ ਹੈ, ਹੋਰ ਕੋਈ ਝੰਡਾ ਆਪਣੇ ਝੰਡੇ ਤੋਂ ਉੱਤੇ ਨਹੀਂ ਲਹਿਰਾਇਆ ਜਾ ਸਕਦਾ। ਅਗਲਾ ਜੇ ਹੋਰ ਲਿਖਣਾ ਹੈ ਤੁਸੀਂ, ਜੇ ਤੁਹਾਨੂੰ ਭੁੱਲ ਗਿਆ ਕੁਝ ਤਾਂ ਇਹ ਲਿਖ ਸਕਦੇ ਹੋ, ਓਨਲੀ ਵਨ ਫਲੈਗ ਕੈਨ ਬੀ ਹੋਇਸਟਡ ਐਟ ਵਨ ਪੋਲ, ਮਤਲਬ ਇੱਕ ਪੋਲ ਤੇ ਇੱਕ ਹੀ ਝੰਡਾ ਲਹਿਰਾਇਆ ਜਾ ਸਕਦਾ ਹੈ। ਤੇ ਅਖੀਰ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਵੀ ਜਿਹੜਾ ਝੰਡਾ ਹੈ ਕਦੇ ਵੀ ਗਰਾਊਂਡ ਨੂੰ ਨਹੀਂ ਟੱਚ ਕਰਨਾ ਚਾਹੀਦਾ, ਜ਼ਮੀਨ ਤੇ ਨਹੀਂ ਲੱਗਣਾ ਚਾਹੀਦਾ, ਜਾਂ ਫਿਰ ਪਾਣੀ ਦੇ ਵਿੱਚ ਨਹੀਂ ਡਿੱਗਣਾ ਚਾਹੀਦਾ, ਸੜਕਾਂ ਤੇ ਵੀ ਨਹੀਂ ਸਾਨੂੰ ਸਿੱਟਣਾ ਚਾਹੀਦਾ ਆਪਣਾ ਝੰਡਾ। ਅੱਗੇ ਚੱਲਦੇ ਹਾਂ। 6ਵਾਂ ਪੁਆਇੰਟ, ਬੇਟਾ ਧਿਆਨ ਰੱਖਿਓ ਮੈਂ ਪੂਰਾ ਆਨਸਰ ਇਸ ਕਰਕੇ ਦੱਸਿਆ ਕਿਉਂਕਿ ਪੂਰਾ ਕਦੇ ਯਾਦ ਨਹੀਂ ਹੁੰਦਾ, ਤਾਂ ਇੱਕ ਦੋ ਗੱਲਾਂ ਵੀ ਜੇ ਯਾਦ ਰਹਿ ਜਾਣ ਤਾਂ ਉਹ ਵੀ ਤੁਸੀਂ ਲਿਖ ਸਕਦੇ ਹੋ। ਅਸਲੀ ਗੱਲ ਇਹ ਹੈ ਵੀ ਸਮਝਣਾ ਜ਼ਰੂਰੀ ਹੈ। ਹੁਣ ਇੱਥੇ ਸਵਾਲ ਇਹ ਹੈਗਾ ਵੀ ਝੰਡਾ ਕੌਣ ਲਹਿਰਾਉਂਦਾ? ਰੈੱਡ ਫੋਰਟ ਤੇ 15 ਅਗਸਤ ਨੂੰ ਉਹ ਲਹਿਰਾਇਆ ਜਾਂਦਾ, ਆਪਾਂ ਹੁਣੇ ਪੜ੍ਹਿਆ ਸੀ, ਪ੍ਰਾਈਮ ਮਿਨਿਸਟਰ ਦੁਆਰਾ। ਤੇ ਜੇ 26 ਜਨਵਰੀ ਦੀ ਗੱਲ ਕੀਤੀ ਜਾਏ ਤਾਂ ਕੌਣ ਲਹਿਰਾਉਂਦਾ ਹੈ ਰਿਪਬਲਿਕ ਦੇ? ਤੇ ਉਹ ਹੈਗੇ ਨੇ ਸਾਡੇ ਪ੍ਰੈਜ਼ੀਡੈਂਟ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਰਾਸ਼ਟਰਪਤੀ। ਠੀਕ ਹੈ, ਇਹਨਾਂ ਨੂੰ ਕਹਿੰਦੇ ਆ ਪ੍ਰਧਾਨ ਮੰਤਰੀ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਚੈਪਟਰ ਤੁਹਾਨੂੰ ਸਮਝ ਆ ਗਿਆ ਹੈ। ਜਾਣ ਤੋਂ ਪਹਿਲਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਕ ਸ਼ੋਰ ਕਿ ਤੁਸੀਂ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।